ਸਤਿ ਸ਼੍ਰੀ ਅਕਾਲ ਜੀ। मैं हाँ रणबीर सिंह राणा ਤੇ ਦੀਪ ਸਿੱਧੂ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਜਦੋਂ ਮੀਡੀਆ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਧਰਨਾ ਸ਼ੰਭੂ ਮੋਰਚੇ ਦੇ ਨਾਲ ਹੀ ਚੱਲ ਰਿਹਾ ਏ, ਤਾਂ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਏ ਉਸ ਤੇ ਵਿਵਾਦ ਸ਼ੁਰੂ ਹੋ ਗਿਆ ਏ ਅਤੇ ਇਸ ਦੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਦਾ ਪੱਖ ਵੀ ਸਾਹਮਣੇ ਆ ਰਿਹਾ ਹੈ। ਇਸ ਵੇਲੇ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੇ ਵਰਿੰਦਰ ਸਿੰਘ ਸੇਖੋਂ ਮੌਜੂਦ ने। ਸੇਖੋਂ ਸਾਹਿਬ, ਦੀਪ ਸਿੱਧੂ ਦਾ ਬਿਆਨ ਕੀ ਹੈ? ਪਹਿਲਾਂ ਤਾਂ ਜਿਹਨਾਂ ਦਰਸ਼ਕਾਂ ਨੂੰ ਨਹੀਂ ਪਤਾ ਉਹ ਵੀ ਦੱਸ ਦਿਓ ਤੇ ਤੁਹਾਨੂੰ ਇਤਰਾਜ਼ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਕਿਹਾ ਕਿ ਬਿਆਨ ਤੁਸੀਂ ਸੁਣ ਹੀ ਲਿਆ ਹੋਣਾ, ਤੁਸੀਂ ਵੀ ਸੁਣ ਲਿਆ ਹੋਣਾ। ਉਹਨਾਂ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੇ ਨਾਲ ਜਿਹੜਾ ਟੈਂਟ ਲੱਗਿਆ ਹੋਇਆ ਵੀ ਉਸ ਬਾਰੇ ਉਹਨਾਂ ਨੂੰ ਪੁੱਛਿਆ ਗਿਆ। ਉਹ ਟੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉੱਥੇ ਕਿਹੜੇ ਲੋਕ ਬੈਠੇ ਨੇ, ਵੀ ਕੌਣ ਨੇ, ਜਾ ਕੇ ਉਹਨਾਂ ਨੂੰ ਦੇਖੋ ਤੁਸੀਂ ਕੌਣ ਬੈਠੇ ਨੇ। ਤੇ ਉਹਨਾਂ ਸਿੱਧਾ ਤੌਰ ਤੇ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੇ ਲੋਕ ਬੈਠੇ ਨੇ ਕਿਸਾਨਾਂ ਦਾ ਜਿਹੜਾ ਧਰਨਾ ਨੂੰ ਖਰਾਬ ਕਰਨ ਲਈ ਬਿਠਾਏ ਹੋਏ ਨੇ ਤੇ ਸਰਕਾਰ ਵੱਲੋਂ ਬਿਠਾਏ ਗਏ ਨੇ। ਇਹ ਗੱਲ ਕਹਿਣ ਦੀ ਦੀਪ ਸਿੱਧੂ ਨੇ ਜਿਹੜੀ ਕੋਸ਼ਿਸ਼ ਕੀਤੀ ਆ, ਤੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨਾ ਤਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਮਰਵਾਇਆ, ਨਾ ਚਿੱਟਾ ਵੇਚਿਆ, ਨਾ ਕਿਸਾਨਾਂ ਦੇ ਹੱਕ ਵੇਚੇ, ਨਾ ਪੰਜਾਬ ਦਾ ਪਾਣੀ ਵੇਚਿਆ, ਨਾ ਪੰਜਾਬੀ ਭਾਸ਼ਾ ਦਾ ਘਾਣ ਕਰਵਾਇਆ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਗੱਲ ਕਹਿਣਾ ਦੀਪ ਸਿੱਧੂ ਦੀ ਮੈਨੂੰ ਬੜੀ ਹੈਰਾਨੀ ਹੁੰਦੀ ਆ। ਤੇ ਜੇ ਹੁਣ ਉਹਨਾਂ ਨੇ ਗੱਲ ਕਹਿ ਹੀ ਦਿੱਤੀ ਆ ਤੇ ਹੁਣ ਇਹਦਾ ਸਪਸ਼ਟੀਕਰਨ ਖੁੱਲ੍ਹ ਕੇ ਦੱਸਣ ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਦੀਪ ਸਿੱਧੂ ਆਪਣੇ ਬਾਰੇ ਵੀ ਦੱਸਣ, ਜਿਨ੍ਹਾਂ ਦੀ ਯਾਰੀ ਆ RSS ਦੇ ਨਾਲ, ਭਾਜਪਾ ਨਾਲ ਯਾਰੀ ਆ ਜਿਨ੍ਹਾਂ ਦੀ। ਤੇ ਤੁਸੀਂ ਰਾਣਾ ਜੀ ਤੁਸੀਂ ਦੇਖੋ, ਜਦੋਂ ਇਹ ਕਾਨੂੰਨ ਬਣੇ ਹੋਣੇ ਨੇ, ਮੋਦੀ ਨੇ ਬਣਾਏ ਹੋਣੇ ਨੇ ਕਾਨੂੰਨ, ਜਦੋਂ ਇਹ ਗੱਲ ਚੱਲੀ ਹੋਣੀ ਆ ਵੀ ਅਸੀਂ ਕਾਨੂੰਨ ਬਣਾ ਰਹੇ ਹਾਂ ਵੀ ਇਹ ਤਾਂ ਸਭ ਤੋਂ ਵੱਧ ਆਵਾਜ਼ ਕਿੱਥੇ ਉੱਠਣੀ ਆ। ਤੇ ਉਹਨਾਂ ਨੇ ਸੋਚਿਆ ਹੋਣਾ ਵੀ ਸਭ ਤੋਂ ਵੱਧ ਤਾਂ ਫਿਰ ਪੰਜਾਬ ਦੇ ਲੋਕ ਜਿਹੜੇ ਮਾਰਸ਼ਲ ਕੌਮ ਆ ਵੀ ਉਹ ਇਹ ਹੱਕਾਂ ਲਈ ਖੜਨਗੇ। ਫਿਰ ਅਗਲਾ ਏਜੰਡਾ ਮੋਦੀ ਨੇ ਸੋਚਿਆ ਹੋਣਾ, ਜਿਹੜੀ ਉਹਨਾਂ ਦੀ ਟੀਮ ਆ ਪੂਰੀ, ਵੀ ਇਹਨੂੰ ਚੀਜ਼ ਨੂੰ ਹੋਲਡ ਕਿਵੇਂ ਕੀਤਾ ਜਾਵੇ, ਵੀ ਕਿਵੇਂ ਜਿਹੜਾ ਪੰਜਾਬ ਦਾ ਯੂਥ ਆ ਜਾਂ ਪੰਜਾਬ ਦਾ ਸੰਘਰਸ਼ ਆ ਉਹਨੂੰ ਖੇਰੂ ਕਰਨ ਲਈ ਕਿਹੜਾ ਅਸੀਂ ਆਪਣਾ ਜਿਹੜਾ ਟੱਟੂ ਆ ਜਾਂ ਜਿਹੜਾ ਏਜੰਟ ਆ ਕਿਹੜਾ ਉੱਥੇ ਭੇਜੀਏ ਤਾਂ ਜੋ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਹੋਲਡ ਕਰ ਸਕੇ। ਸੋ ਉਹ ਜਿਹੜਾ ਏਜੰਡੇ ਨੂੰ ਹੋਲਡ ਕਰਨ ਦੇ ਲਈ ਫਿਰ ਉਹਨਾਂ ਨੇ ਦੀਪ ਸਿੱਧੂ ਨੂੰ ਚੁਣਿਆ। ਮੈਂ ਸਿੱਧੇ ਤੌਰ ਤੇ ਕਹਿਣਾ, ਫਿਰ ਦੀਪ ਸਿੱਧੂ ਦੀ ਚੋਣ ਹੋਈ। ਦੀਪ ਸਿੱਧੂ ਫਿਰ ਇੱਕਦਮ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਤੇ ਉਹਨਾਂ ਨੇ ਲਾਈਵ ਹੋ ਕੇ ਬੋਲਣਾ ਸ਼ੁਰੂ ਕੀਤਾ। ਤੇ ਫਿਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਫਿਰ ਉਹ ਪੰਜਾਬ ਆ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਦੇ ਕਿਸੇ ਧਰਨੇ 'ਚ ਗਏ ਨੇ, ਕਿਸੇ ਸ਼ਮੂਲੀਅਤ ਕੀਤੀ ਆ। ਪਰ ਸੇਖੋਂ ਸਾਹਿਬ, ਤੁਸੀਂ ਕਿਵੇਂ ਸਾਬਤ ਕਰ ਸਕਦੇ ਹੋ ਵੀ ਇਹ ਮੋਦੀ ਸਰਕਾਰ ਦੇ ਭੇਜੇ ਹੋਏ ਨੇ? ਦੀਪ ਸਿੱਧੂ ਹੋਰੀ ਕਈ ਵਾਰ ਇਸ ਬਾਰੇ ਸਪਸ਼ਟੀਕਰਨ ਦੇ ਚੁੱਕੇ ਨੇ ਕਿ ਹਾਂ ਠੀਕ ਹੈ, ਸਨੀ ਦਿਓਲ ਹੋਰਾਂ ਦੇ ਉਹ ਨਾਲ ਰਹੇ, ਕੈਂਪੇਨ ਦੇ ਵਿੱਚ ਨਾਲ ਰਹੇ, ਪਰ ਹੁਣ ਉਹਨਾਂ ਦਾ ਸਬੰਧ ਹੈ ਨਹੀਂ, ਉਦੋਂ ਸੀਗਾ, ਹੁਣ ਉਹ ਪੰਜਾਬ ਹਤੈਸ਼ੀ ਨੇ। ਤੁਸੀਂ ਮੈਨੂੰ ਇਹ ਦੱਸੋ, ਜੇ ਸਾਨੂੰ ਉਹ ਸਰਕਾਰ ਵੱਲੋਂ ਪਹਿਲਾਂ ਸਾਡੇ ਬਾਰੇ ਦੱਸਿਓ ਵੀ ਸਾਨੂੰ ਸਰਕਾਰ ਨੇ ਕਿਵੇਂ ਸਾਨੂੰ ਛੱਡਿਆ ਹੋਇਆ। ਸਾਡੇ ਬਾਰੇ ਗੱਲ ਕਰੀ ਆ, ਜਿਹੜੀ ਉਹਨਾਂ ਨੇ ਗੱਲ ਕੀਤੀ ਆ ਸ਼ੰਭੂ ਤੇ ਧਰਨਾ ਲਾਉਣਾ, ਜਿਹੜੀ ਰਾਇਸ਼ ਆ ਉਹ ਸ਼ੰਭੂ ਦੇ ਨੇੜੇ ਹੋਣੀ, ਇੱਕ ਹੋਟਲ 'ਚ ਵਧੀਆ 'ਚ 5 ਸਟਾਰ 'ਚ ਰਹਿੰਦੇ ਨੇ, AC ਕਮਰਿਆਂ 'ਚ ਸੌਂਦੇ ਨੇ, ਐਨ ਵਧੀਆ ਉਹਨਾਂ ਦਾ ਰਹਿਣ ਸਹਿਣ ਵਧੀਆ। ਉੱਥੇ ਧਰਨੇ 'ਚ ਤਾਂ 24 ਘੰਟੇ ਕਦੇ ਦੇਖਿਆ ਤੁਸੀਂ ਬੈਠੇ? ਜਾ ਕੇ ਮੈਨੂੰ ਦੱਸਣ ਉਹ ਕਿਹੜਾ ਕਦੋਂ ਦੀਪ ਸਿੱਧੂ ਆ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉੱਥੇ ਅਸੀਂ ਬੈਠੇ ਆ, ਅਸੀਂ ਰੋਡਾਂ ਤੇ ਨਹਾਉਂਦੇ ਆ, ਅਸੀਂ ਰੋਡਾਂ ਤੇ ਸੌਂਦੇ ਆ, ਸਾਡਾ ਲੰਗਰ ਵੀ ਅਸੀਂ ਉੱਥੇ ਹੀ ਬੈਠ ਕੇ ਛਕਦੇ ਆ ਤੇ ਲੋਕਾਂ ਦੇ ਵਿੱਚ ਬੈਠੇ ਰਹਿੰਦੇ ਆ। ਇਹ ਜਿਹੜੀ ਫਿਰ ਰਾਇਸ਼ ਆ ਫਿਰ ਇਹ ਨੇੜੇ ਤਾਂ ਹੀ ਲਈ ਆ, ਫਿਰ ਇਹ ਪਲੈਨਿੰਗ ਹੋਈ ਹੋਣੀ ਆ ਨਾ। ਕਿੱਥੇ ਰਹਿੰਦੇ ਨੇ ਦੀਪ ਸਿੱਧੂ? ਬਿਲਕੁਲ ਨਾਲ ਹੀ ਆ, ਸ਼ੰਭੂ ਬਾਰਡਰ ਤੋਂ ਰਾਜਪੁਰਾ ਦੇ ਉੱਥੇ ਫਿਰੰਗੀ ਪਾਣੀ ਦਾ ਇੱਕ ਵਧੀਆ ਜਿਹਨੂੰ ਕਹਿੰਦੇ ਆਪਾਂ ਰੈਸਟ ਹਾਊਸ ਕਹਿ ਲਓ, ਚਾਹੇ ਉਹਨੂੰ 5 ਸਟਾਰ ਹੋਟਲ ਕਹਿ ਲਓ, ਜੋ ਵੀ ਕਹਿ ਲਓ, ਦੇਖ ਲਓ ਜਾ ਕੇ ਉੱਥੇ ਉਹਨਾਂ ਦੇ ਰਾਤ ਨੂੰ ਅਸੀਂ ਕਈ ਵਾਰ ਦੇਖਿਆ ਲਾਈਵ ਹੁੰਦੇ ਨੇ ਰਾਤ ਨੂੰ ਵੀ ਉਸ ਧਰਨੇ ਤੋਂ 1 ਘੰਟਾ ਲਾਈਵ ਹੋ ਜਾਣਾ। ਤੇ ਮੈਨੂੰ ਐਂ ਦੱਸੋ, ਤੁਸੀਂ ਜਾਣੇ ਰਹਿੰਦੇ ਹੋ, ਤੁਸੀਂ ਸਵੇਰੇ ਜਾ ਕੇ ਦੇਖਿਓ ਕਿਤੇ ਉੱਥੇ ਬੈਠੇ ਹੁੰਦੇ ਨੇ, ਕਿੱਥੇ ਉਹ ਨਹਾਉਂਦੇ ਨੇ, ਕਿੱਥੇ ਉਹ ਖਾਣਾ ਖਾਂਦੇ ਨੇ, ਕੀ ਕਰਦੇ ਨੇ ਉਹ। ਤੁਸੀਂ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਦੇਖੇਂਗੇ ਉਹ ਕਿ ਸਾਡਾ ਇੱਕ ਨੌਜਵਾਨ ਜਾਂਦਾ ਉੱਥੇ ਬੜਾ ਨਿਰਾਸ਼ ਹੋ ਕੇ ਸਾਡੇ ਕੋਲ ਆਉਂਦਾ, ਉਹ ਕਹਿੰਦਾ ਮੈਂ 4 ਸ਼ਬਦ ਬੋਲਣੇ ਨੇ ਸਟੇਜ ਤੋਂ। ਉੱਥੇ ਉਹ ਚੜ੍ਹ ਕੇ ਜਦੋਂ ਬੋਲਣ ਲੱਗਦਾ ਉਹ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ। ਗੁਰੂ ਗ੍ਰੰਥ ਸਾਹਿਬ ਜਿਹੜੀ ਸਾਂਝੀ ਮਨੁੱਖਤਾ ਦੀ, ਜਿਹੜੀ ਸਾਡੀ ਸਾਰਿਆਂ ਲੋਕਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ, ਸਿੱਖ, ਈਸਾਈਆਂ ਦੀ, ਸਾਰਿਆਂ ਦੀ ਜਿਹੜੀ ਗੱਲ ਕਰਦਾ, ਉਹ ਸਤਿਕਾਰਯੋਗ ਗ੍ਰੰਥ, ਉਹਦੀ ਗੱਲ ਸ਼ੁਰੂ ਕਰਦਾ ਕਿ ਉਹਨੂੰ ਸਟੇਜ ਤੋਂ ਲਾ ਲਿਆ ਜਾਂਦਾ। ਕਹਿੰਦੇ ਇੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਸਕਦੇ। ਜੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਸਕਦੇ ਫਿਰ ਉਹ ਦੀਪ ਸਿੱਧੂ ਕਰਨਾ ਕੀ ਚਾਹੁੰਦਾ ਪੰਜਾਬ? ਸਾਬਤ ਕਰ ਸਕਦੇ ਹੋ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਜੋ ਤੁਸੀਂ ਬੋਲ ਰਹੇ ਹੋ ਸੱਚ ਹੋਵੇ। ਬਿਲਕੁਲ
ਮੈਂ ਉਹ ਜਿਹੜਾ ਵੀਰ ਆ ਸਾਡੇ ਤੁਹਾਡੇ ਰੂਬਰੂ ਕਰ ਸਕਦਾ ਜਿਹਨੂੰ ਲਾਇਆ ਗਿਆ ਸਟੇਜ ਦੇ ਉੱਤੋਂ, ਉਹ ਸਾਡੇ ਕੋਲ ਆਇਆ। ਫਿਰ ਉੱਥੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਜਾਂਦੀ ਆ ਸਟੇਜ ਤੋਂ, ਸਾਰੇ ਉਹ ਬੋਲਦੇ ਨੇ। ਫਿਰ ਉੱਥੇ ਉਹਨਾਂ ਦੀ ਫੋਟੋ ਵੀ ਨਹੀਂ ਹੈਗੀ, ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਨਹੀਂ ਹੈਗੀ, ਜਾਂ ਹੋਰ ਜਿਹੜੇ ਸਾਡੇ ਜਰਨੈਲ ਹੋਏ ਨੇ, ਬਘੇਲ ਸਿੰਘ ਜੀ ਹੋਏ ਨੇ, ਉਹਨਾਂ ਦੀ ਵੀ ਕਿਸੇ ਦੀ ਫੋਟੋ ਨਹੀਂ ਹੈਗੀ। ਸੋ ਇਹ ਚੀਜ਼ਾਂ ਨੇ ਜਿਹੜੀਆਂ, ਜੇ ਦੀਪ ਸਿੱਧੂ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਦੀ ਗੱਲ ਕਰਨੀ। ਇੱਕ ਗੱਲ ਤੁਹਾਨੂੰ ਮੈਂ ਹੋਰ, ਤੁਸੀਂ ਉਹਨਾਂ ਕੋਲ ਜਾਂਦੇ ਰਹੇ ਨੇ, ਤੁਸੀਂ ਪੁੱਛਿਓ, ਉਹ ਗੱਲ ਕਹਿੰਦੇ ਨੇ ਕਿ ਸਾਡੇ ਪੰਜਾਬ ਦੇ ਨਾਲ ਧੱਕਾ ਹੁੰਦਾ ਆ, ਜਿਹੜੀਆਂ ਰਾਇਤਾਂ ਨੇ ਇਹਨਾਂ ਨਾਲ ਕੰਮ ਨਹੀਂ ਚੱਲਣਾ, ਸਾਨੂੰ ਪੱਕੇ ਹੱਲ ਲੱਭਣੇ ਚਾਹੀਦੇ ਨੇ। ਮੈਂ ਦੀਪ ਸਿੱਧੂ ਨੂੰ ਪੁੱਛਣਾ ਚਾਹੁੰਦਾ, ਪੱਕੇ ਹੱਲ ਉਹ ਕਿਹਨੂੰ ਕਹਿ ਰਹੇ ਨੇ? ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੇ ਚੰਡੀਗੜ੍ਹੋਂ ਐਲਾਨ ਕੀਤਾ ਹੈ ਕਿ ਇੱਕ ਅਲੱਗ ਧਿਰ ਵੀ ਬਣਾਵਾਂਗੇ, ਰਾਜਸੀ ਤੌਰ ਤੇ ਸਮਾਜਿਕ ਬਦਲਾਅ ਲਈ ਇੱਕ ਸਮਾਜਿਕ ਜਥੇਬੰਦੀ ਵੀ ਬਣਾਵਾਂਗੇ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ, ਤੁਸੀਂ ਵੀ ਸੁਣੀ ਹੈ, ਜਿਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਬਾਰੇ ਕਿਹਾ ਗਿਆ ਕਿ ਜਿਹੜਾ ਟੈਂਟ ਹੈ ਅਸਲ 'ਚ, ਕਿਉਂਕਿ ਸ਼ੰਭੂ ਮੋਰਚਾ ਜਿੱਥੇ ਲੱਗਿਆ ਹੋਇਆ ਹੈ, ਉੱਥੇ ਸ਼ੰਭੂ ਮੋਰਚੇ ਦੇ ਨਾਲ ਹੀ 100 ਮੀਟਰ ਦੀ ਦੂਰੀ ਹੋਣੀ। ਅਸੀਂ ਬਹੁਤ ਵਾਰ ਉੱਥੇ ਗਏ ਹਾਂ, ਤੁਸੀਂ ਵੀ ਉੱਥੇ ਹੁੰਨੇ ਹੋ। 100 ਮੀਟਰ ਦੀ ਦੂਰੀ ਹੋਣੀ ਹੈ। ਜਿਹੜਾ ਦੀਪ ਸਿੱਧੂ ਹੋਰਾਂ ਵਾਲਾ ਮੋਰਚਾ ਹੈ, ਇਹਦੇ ਨਾਲ ਅਕਾਲੀ ਦਲ ਅੰਮ੍ਰਿਤਸਰ ਦਾ ਹੈ। ਅਸੀਂ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਕਵਰ ਕਰਿਆ, ਉਹ ਵੀ ਕਵਰ ਕਰਿਆ ਬਹੁਤ ਵਾਰ। ਤੁਸੀਂ ਜਾਂ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਜਾਂ ਹੋਰ ਆਗੂ ਉੱਥੇ ਹੁੰਦੇ ਨੇ। ਸੰਘਰਸ਼ ਜਿਹੜਾ ਹੈ ਉਹ ਕਿਸਾਨਾਂ ਲਈ ਆ। ਤੁਸੀਂ ਆਪਸ ਵਿੱਚ ਕਿਉਂ ਉਲਝ ਰਹੇ ਹੋ? ਸਵਾਲ ਇਹ ਹੈ। ਬਿਲਕੁਲ ਨਹੀਂ ਉਲਝ ਰਹੇ ਅਸੀਂ। ਸਾਡਾ ਜਿਹੜਾ ਧਰਨਾ 30 ਤਰੀਕ ਨੂੰ ਲੱਗ ਚੁੱਕਿਆ ਸੀ ਉੱਥੇ, ਦੀਪ ਸਿੱਧੂ ਨੇ 4 ਤਰੀਕ ਨੂੰ ਦੁਬਾਰਾ ਤੋਂ ਧਰਨਾ ਲਾਇਆ, ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ। ਜੇ ਉਹਦੇ ਦਿਲ ਦੇ ਵਿੱਚ ਕਿਸਾਨਾਂ ਲਈ ਦਰਦ ਹੁੰਦਾ, ਅਸੀਂ ਪਾਰਟੀ ਦਾ ਏਜੰਡਾ ਜਾਂ ਹੋਰ ਸਾਡੀ ਪਾਰਟੀ ਦੀਆਂ ਨੀਤੀਆਂ ਨੇ, ਅਸੀਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ, ਮੈਂ ਬਹੁਤ ਵਾਰੀ ਮੀਡੀਆ 'ਚ ਕਿਹਾ ਕਿ ਅਸੀਂ ਸਿਰਫ 3 ਜਿਹੜੇ ਇਹ ਕਾਲੇ ਕਾਨੂੰਨ ਮੋਦੀ ਵੱਲੋਂ ਸਾਡੇ ਤੇ ਥੋਪੇ ਗਏ ਨੇ, ਇਹਨਾਂ ਨੂੰ ਰੱਦ ਕਰਵਾਉਣ ਦੇ ਲਈ ਅਸੀਂ ਇਕੱਠੇ ਹੋ ਕੇ ਚੱਲੀਏ। ਦੇਖੋ ਸਾਹਿਬ, 100 ਮੀਟਰ ਦੀ ਦੂਰੀ ਸੀਗੀ ਤੁਹਾਡੇ ਮੋਰਚੇ ਦੀ, ਹੁਣ ਵੀ 100 ਮੀਟਰ ਦੀ ਦੂਰੀ ਹੈ। ਟੈਂਟ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਲੱਗਿਆ ਹੋਇਆ ਏ ਤੇ ਦੀਪ ਸਿੱਧੂ ਹੋਰੇ ਸ਼ੰਭੂ ਮੋਰਚੇ ਦਾ ਵੀ ਲੱਗਿਆ ਹੋਇਆ। ਕੀ ਤੁਹਾਡੀ ਮੁਲਾਕਾਤ ਹੋਈ ਹੈ ਜਾਂ ਦੀਪ ਸਿੱਧੂ ਤੁਹਾਡੇ ਤੱਕ ਕਦੇ ਆਏ ਨੇ, ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦਾ ਧਰਨਾ ਜਿੱਥੇ ਚੱਲ ਰਿਹਾ? ਦੇਖੋ ਜੀ, ਉਹ ਤਾਂ ਐਦਾਂ ਲੰਘਦੇ ਨੇ ਨਾ, ਜਿਵੇਂ ਘੁੰਡ ਕੱਢ ਕੇ ਹੀ ਲੰਘੀਦਾ ਹੁੰਦਾ, ਛੇਤੀ ਇਦਾਂ ਇੱਕਦਮ ਉਹ ਲੰਘ ਜਾਂਦੇ ਨੇ ਚੁੱਪ ਕਰਕੇ ਉੱਥੋਂ। ਫਿਰ ਉੱਥੇ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ। ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਡੇ ਚੈਨਲ ਦੇ ਥਰੂ ਅਪੀਲ ਕਰਨਾ ਚਾਹੁੰਦਾ ਵੀ ਇਹ ਚੀਜ਼ ਦੀ ਘੂਕ ਹੋਣੀ ਚਾਹੀਦੀ ਆ। ਸਾਡੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਭੋਗਿਆ, ਕਿਤੇ ਸਾਡੇ ਨੌਜਵਾਨਾਂ ਨੂੰ ਬਿਗਲਾ ਕੇ ਜਾਂ ਉਹਨਾਂ ਨੂੰ ਪਿੱਛੇ ਲਾ ਕੇ ਜਿਹੜਾ ਸੰਘਰਸ਼ ਆ ਸਾਡੀ ਕਿਸਾਨੀ ਦਾ, ਉਹਨੂੰ ਖੇਰੂ ਨਾ ਕੀਤਾ ਜਾਵੇ। ਜਿਵੇਂ ਉਹ ਕਹਿੰਦੇ ਨੇ ਇੱਕ ਪਾਰਟੀ, ਇਲਜ਼ਾਮ ਤਾਂ ਤੁਹਾਡੇ ਤੇ ਲੱਗਿਆ ਨਾ ਕਿ ਇਹ ਸਰਕਾਰ ਨੇ ਬਿਠਾਏ ਹੋਏ ਨੇ। ਸਿੱਧੇ ਰੂਪ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਉਸ ਥਾਂ ਤੋਂ ਕੀਤੀ ਗਈ ਹੈ ਕਿ ਨੈਕਸਸ ਹੈ ਜਿਹੜਾ, ਵੀ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਹਾਨੂੰ ਇੱਥੇ ਕਿਹਨੇ ਬਿਠਾਇਆ, ਇਹ ਇੰਟਰਵਿਊ ਕਰੋ ਉਹਨਾਂ ਨਾਲ ਜਾਂ ਇੰਟਰਵਿਊ ਸੁਣੋ। ਇਸ ਤਰ੍ਹਾਂ ਦੀ ਗੱਲ ਹੋਈ ਹੈ ਉੱਥੇ। ਨਹੀਂ, ਸਾਡੇ 'ਚ ਤੁਹਾਨੂੰ ਲੱਗਿਆ ਕੋਈ ਸਰਕਾਰ ਆ? ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੂੰ ਕਾਂਗਰਸ ਦਾ ਏਜੰਟ ਕਹਿ ਰਹੇ ਸੀ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਆ ਪੰਜਾਬ ਦੇ ਹੱਕਾਂ ਦੇ ਲਈ। ਜੇ ਅਸੀਂ ਉਹਨਾਂ ਦੀਆਂ ਲੀਹਾਂ ਤੇ ਜਾਂ ਜਿਹੜੇ ਪੰਜਾਬ ਦੇ ਹੱਕ ਨੇ, ਚਾਹੇ ਨੌਜਵਾਨੀ ਦਾ ਹੱਕ ਆ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ, ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ, ਜਾਂ ਕਿਸਾਨਾਂ ਦੇ ਮੁੱਦੇ ਤੇ ਅਸੀਂ ਜੇ ਕੋਈ ਲਾਮਬੰਦ ਹੋ ਕੇ ਸੰਘਰਸ਼ ਕਰ ਰਹੇ ਹਾਂ, ਜੇ ਸਾਨੂੰ ਸਰਕਾਰੀ ਬੰਦੇ, ਸਰਕਾਰੀ ਤਾਂ ਉਹ ਜਿਨ੍ਹਾਂ ਦੇ, ਤੁਸੀਂ ਇੱਕ ਗੱਲ ਇਹ ਗੱਲ ਦੱਸੋ, ਉਹ ਤਾਂ ਕਹਿ ਰਹੇ ਅਸੀਂ ਇੱਕ ਦਿਨ ਲਾਈਵ ਹੋ ਕੇ ਕਿ ਮੈਨੂੰ ਜੀ RSS ਦੇ ਇੱਕ ਬੰਦੇ ਦਾ ਫੋਨ ਆਇਆ, ਮੈਨੂੰ ਪੁੱਛ ਰਹੇ ਨੇ। ਇਹ ਗੱਲ ਤੁਸੀਂ ਵੀ ਸੁਣਿਆ ਹੋਣਾ ਨਾ। ਉਹਨਾਂ ਨੇ ਜਨਤਕ, ਦੇਖੋ ਜਿੰਨੇ ਵੀ ਵੱਡੇ ਲੀਡਰ ਨੇ ਜਾਂ ਇਹ ਸਾਰੇ ਸਾਡੇ ਲੀਡਰ ਬਣੇ ਹੋਏ ਨੇ ਪੰਜਾਬ ਦੇ, ਸਾਰਿਆਂ ਦੇ ਫੋਨਾਂ ਤੇ ਰਿਕਾਰਡਿੰਗਾਂ ਚੱਲਦੀਆਂ ਨੇ। ਫਿਰ ਉਹਨਾਂ ਨੂੰ ਸਾਨੂੰ ਦੱਸਣ ਕਿਹੜੇ RSS ਦੇ ਬੰਦੇ ਦਾ ਉਹਨੂੰ ਫੋਨ ਆਇਆ, ਕੀ ਗੱਲ ਹੋਈ ਆ, ਇਹ ਜਨਤਕ ਕੀਤੀ ਆ ਉਹਨਾਂ ਨੇ? ਨਹੀਂ ਕੀਤੀ ਨਾ। ਸੋ ਇਹ ਅਫਵਾਹਾਂ ਡਾ ਦੇਣੀਆਂ ਕਿ ਮੈਨੂੰ RSS ਦੇ ਬੰਦੇ ਦਾ ਫੋਨ ਆਇਆ ਜੀ, ਮੈਨੂੰ ਐਂ ਕਹਿ ਰਹੇ ਨੇ, ਇਹ ਸਾਰਾ ਜਿਹੜਾ ਪੰਜਾਬ ਦੇ ਵਿੱਚ ਡਰਾਮਾ ਕੀਤਾ ਜਾ ਰਿਹਾ। ਅਸੀਂ ਸਾਰੇ ਪੰਜਾਬ ਦੀਆਂ ਕਿਸਾਨ ਦੀ ਜਥੇਬੰਦੀਆਂ ਨੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਜਿਹੜੇ ਸਿੰਗਰ ਵੀਰ ਕਿਸਾਨਾਂ ਨਾਲ ਦਰਦ ਰੱਖਦੇ ਨੇ। ਪਰ ਜੋ ਦੀਪ ਸਿੱਧੂ ਕਰ ਰਿਹਾ ਪੰਜਾਬ ਦੇ ਵਿੱਚ, ਪੰਜਾਬ ਦੀ ਨੌਜਵਾਨੀ ਨੂੰ ਹੋਲਡ ਕਰਕੇ, ਇਹ ਪੰਜਾਬ ਦਾ ਜਿਹੜਾ ਸੰਘਰਸ਼ ਆ ਕਿਸਾਨਾਂ ਦਾ, ਉਹਨੂੰ ਖੇਰੂ ਕਰ ਰਿਹਾ। ਇੱਕ ਪਾਸੇ ਕਹਿੰਦਾ, ਮੈਂ ਕਹਿੰਦਾ ਸਿਆਸੀ ਨਹੀਂ ਬੋਲਦਾ, ਬੈਂਸ ਸਿਆਸੀ ਨਹੀਂ, ਸਿਮਰਨਜੀਤ ਸਿੰਘ ਬੈਂਸ ਸਿਆਸੀ ਆ, ਜਿਹੜਾ BJP ਦੀ ਪੈਦਾਇਸ਼ ਆ ਇੱਥੇ, ਜਿਹੜਾ BJP ਨੂੰ ਵੋਟ ਪਾ ਕੇ ਆਇਆ ਰਾਸ਼ਟਰਪਤੀ ਦੀ, BJP ਦੀਆਂ ਲੀਹਾਂ ਤੇ ਚੱਲ ਰਿਹਾ। ਇਹ BJP ਦਾ ਯਾਰ ਰਿਹਾ ਸਿੱਧੂ, ਹੁਣ ਵੀ ਯਾਰ ਆ, RSS ਦਾ ਯਾਰ ਆ। ਸੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਨੀ ਜੀ ਇੱਥੇ, ਆਹ ਗੱਲ ਨਹੀਂ ਕਰਨੀ। ਫਿਰ ਇਹ ਜਿਹੜਾ ਆਪਣੇ ਮੂੰਹੋਂ ਤਾਂ ਕਈ ਵਾਰੀ ਤੁਸੀਂ ਆਪ ਵੀ ਕਿਹਾ ਕਿ ਬੇਅਦਬੀ ਦੀ ਗੱਲ ਉਹਨਾਂ ਨੇ ਕੀਤੀ ਆ ਗੁਰੂ ਸਾਹਿਬ ਦੀ। ਉਹਨਾਂ ਨੇ ਪੰਜਾਬ ਦੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਵੀ ਗੱਲਾਂ ਕੀਤੀਆਂ ਨੇ, ਖੁਦ ਮੁਖਤਿਆਰੀ ਦੀਆਂ ਵੀ ਗੱਲਾਂ ਕੀਤੀਆਂ ਨੇ। ਜਿੰਨੀਆਂ ਗੱਲਾਂ ਸਾਡੇ ਨਾਲ ਵੀ ਕੀਤੀਆਂ, ਵੈਸੇ ਵੀ ਅਸੀਂ ਸੁਣਦੇ ਹਾਂ ਉਹਨਾਂ ਨੂੰ, ਤਾਂ ਉਹ 'ਚ ਦਰਦ ਝਲਕਦਾ ਪੰਜਾਬ ਦਾ, ਉਹਨਾਂ ਦੀ ਆਵਾਜ਼ ਦੇ ਵਿੱਚੋਂ ਜਾਂ ਉਹਨਾਂ ਦੀ ਗੱਲਬਾਤ ਦੇ ਵਿੱਚੋਂ। ਠੀਕ ਹੈ ਜੀ, ਜਦੋਂ ਕਿਸੇ ਸੰਘਰਸ਼ ਨੂੰ ਹੋਲਡ ਕਰਨਾ ਹੋਵੇ, ਹੁਣ ਰਾਣਾ ਜੀ ਮੈਂ ਮੰਨ ਲਓ ਮੈਂ ਕੋਈ RSS ਦਾ ਬੰਦਾ ਜਾਂ ਮੈਂ ਕੋਈ ਹੋਰ ਆ, ਜੇ ਮੈਂ ਸਿੱਖ ਕੌਮ ਦੇ ਵਿੱਚ ਜਾਂ ਕਿਸਾਨੀ ਮੋਰਚਿਆਂ ਦੇ ਵਿੱਚ ਘੁਸਪੈਠ ਕਰਨੀ ਆ, ਮੈਂ ਆਉਂਦਾ ਹੀ ਤਾਂ ਨਹੀਂ ਆਪਣਾ RSS ਦਾ ਏਜੰਡਾ ਲੈ ਕੇ ਆ ਜਾਊਂਗਾ।
ਬਿਲਕੁਲ ਨਹੀਂ ਲੈ ਕੇ ਆਉਂਗਾ। ਪਹਿਲਾਂ ਮੈਂ ਤੁਹਾਡਾ ਵਿਸ਼ਵਾਸ ਜਿੱਤੂੰਗਾ, ਤੁਹਾਡੇ ਦਿਲਾਂ ਦੇ ਵਿੱਚ ਥਾਂ ਬਣਾਉਂਗਾ, ਤੁਹਾਡਾ ਵਿਸ਼ਵਾਸ ਜਿੱਤ ਕੇ ਮੈਂ ਫੇਰ ਜਿਹੜਾ ਆਪਣਾ ਏਜੰਡਾ ਲੈ ਕੇ ਆਉਂਗਾ। ਫਿਰ ਸਾਨੂੰ ਸਿੱਧੂ ਸਾਹਿਬ ਇਹ ਦੱਸਣ ਤਾਂ ਸਹੀ, ਜਿਹੜੇ ਵੀ ਪੱਕੇ ਹੱਲ ਦੀ ਗੱਲ ਕਰਦੇ ਨੇ, ਜਿਵੇਂ ਉਹ ਕਹਿੰਦੇ ਨੇ ਪੋਲੀਟੀਕਲ ਪਾਰਟੀ, ਜੇ ਪੋਲੀਟੀਕਲ ਪਾਰਟੀ ਲੈ ਕੇ ਆਉਣੀ ਆ, ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਆ। ਹੁਣ ਕੈਪਟਨ ਸਾਹਿਬ ਨੇ ਜਿਹੜਾ ਕਾਨੂੰਨ ਸੀ ਉਹ ਰੱਦ ਕਰਤੇ, ਕੀ ਕਰਤਾ, ਉਹਦਾ ਹੱਲ ਕੀ ਹੋਇਆ ਰੱਦ ਕਰਨ ਤੋਂ ਬਾਅਦ? ਕੀ ਉਹ ਸੈਂਟਰ ਦੇ ਵਿੱਚੋਂ ਰੱਦ ਹੋ ਚੁੱਕੇ ਨੇ? ਗੱਲ ਤਾਂ ਸਾਰੀ ਖੜੀ ਆ ਜਿਹੜੀ ਪੰਜਾਬ ਦੇ ਹੱਥ ਦੇ ਵਿੱਚ ਹੈ ਹੀ ਕੁਛ ਨਹੀਂ। ਜੇ ਪੰਜਾਬ ਦੇ ਹੱਥ 'ਚ ਨਹੀਂ, ਪੰਜਾਬ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਬਣਾ ਕੇ ਕੀ ਅਸੀਂ ਖੱਟਾਂਗੇ? ਲੜਾਈ ਤਾਂ ਸੈਂਟਰ ਦੀ ਹੈ, ਸੈਂਟਰ ਨੇ ਕਰਨਾ ਜੋ ਵੀ ਕਰਨਾ, ਬਿਲਕੁਲ ਕਰਨਾ। ਤੇ ਦੂਜੀ ਗੱਲ, ਉੱਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਧਰਨਾ ਲਾਇਆ ਹੋਇਆ, ਉਹ ਧਰਨਾ ਲਾਏ ਹੋਏ ਦਾ ਸੰਦੇਸ਼ ਕੀ ਜਾ ਰਿਹਾ ਸੈਂਟਰ ਗੌਰਮੈਂਟ ਨੂੰ? ਅਸੀਂ ਰੋਡ ਜਾਮ ਕਰਦੇ ਹਾਂ, 2-2 3-3 ਦਿਨ ਛੱਡ ਕੇ ਅਸੀਂ ਆਪਣਾ ਪ੍ਰੋਟੈਸਟ ਕਰਦੇ ਹਾਂ ਉੱਥੇ। ਇੱਕ ਦਿਨ ਉੱਥੇ ਨੌਜਵਾਨਾਂ ਨੇ ਰੋਡ ਪ੍ਰੋਟੈਸਟ ਮੁਜ਼ਾਹਰਾ ਕਰਨ ਦੀ ਰੋਡ ਜਾਮ ਕਰ ਲਿਆ, ਸਿੱਧੂ ਨੇ ਰੋਡ ਓਪਨ ਕਰਾਤਾ। ਜਿੰਨਾ ਚਿਰ ਤੱਕ ਅਸੀਂ ਦਿੱਲੀ ਦੀ ਸੰਘੀ ਨਹੀਂ ਦੱਬਾਂਗੇ, ਜੇ ਅਸੀਂ ਰੋਡ ਨਹੀਂ ਉੱਥੇ ਜਾਮ ਕਰਾਂਗੇ, ਉੱਥੇ ਵੱਡੀ ਗਿਣਤੀ ਦੇ ਵਿੱਚ ਅਸੀਂ ਪੱਕਾ ਬਾਈਕਾਟ ਨਹੀਂ ਕਰਾਂਗੇ ਦਿੱਲੀ ਦਾ, ਦਿੱਲੀ ਨੂੰ ਕੀ ਸਾਡਾ ਸੰਦੇਸ਼ ਆਊਗਾ? 2 ਸਾਲ ਬੈਠੇ ਰਹੋ। ਉਹਨਾਂ ਦਾ ਆਪਣਾ ਤਰੀਕਾ ਹੋ ਸਕਦਾ ਸੰਘਰਸ਼ ਦਾ। ਉਹ ਸਾਡੀ ਵੀ ਉਸ ਦਿਨ ਗੱਲ ਹੋਈ, ਅਸੀਂ ਵੀ ਉਹਨਾਂ ਨੂੰ ਸਵਾਲ ਪੁੱਛਿਆ ਏ ਕਿ ਤੁਸੀਂ ਖਲਵਾਇਆ ਜਾਮ ਜਾਂ ਨੌਜਵਾਨਾਂ ਨੂੰ ਸੜਕ ਤੋਂ ਹਟਾਇਆ ਜਾਂ ਉਹ ਕਾਫੀ ਦੇਰ ਬਾਅਦ ਹਟੇ, ਤਾਂ ਉਹ ਕਹਿੰਦੇ ਕਿ ਜੇ ਇੱਥੇ ਕੋਈ ਪੁਲਿਸ ਦਾ ਲਾਠੀਚਾਰਜ ਹੋ ਜਾਂਦਾ, ਜੇ ਕੋਈ ਗੋਲੀ ਚੱਲ ਜਾਂਦੀ, ਜੇ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੁੰਦਾ? ਕਿਉਂਕਿ ਦੀਪ ਸਿੱਧੂ ਦੇ ਸੱਦੇ ਤੇ ਲੋਕ ਉੱਥੇ ਆਏ ਸੀਗੇ, ਕੋਈ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ। ਉਹ ਕਹਿੰਦੇ ਸਾਡੀ ਹਾਲੇ ਉਨੀ ਵੱਡੀ ਗਿਣਤੀ ਨਹੀਂ ਸੀਗੀ ਕਿ ਅਸੀਂ ਉਸ ਢੰਗ ਦੇ ਨਾਲ ਪੁਲਿਸ ਦੇ ਨਾਲ, ਪੈਰਾਮਿਲਟਰੀ ਫੋਰਸਿਸ ਦੇ ਨਾਲ ਕੋਈ ਇਸ ਤਰ੍ਹਾਂ ਦਾ ਸੰਘਰਸ਼ ਲੜ ਸਕੀਏ। ਦੇਖੋ ਜੀ, ਜੇ ਤਾਂ ਸੰਘਰਸ਼ ਲੜਨਾ ਤਾਂ ਦਿਲ ਦੇ ਵਿੱਚੋਂ ਡਰ ਕੱਢ ਕੇ ਲੜਨਾ ਪੈਣਾ। ਸਾਨੂੰ ਰੋਡ ਵੀ ਜਾਮ ਕਰਨੇ ਪੈਣੇ ਨੇ। ਅਸੀਂ ਇਹ ਗੱਲ ਕਹਿ ਕੇ ਵੀ ਅਸੀਂ ਉਹ ਨੁਕਸਾਨ ਨਹੀਂ ਸੀ ਕਰਾਉਣਾ ਚਾਹੁੰਦੇ, ਪੱਲਾ ਝਾੜ ਦੇਣਾ, ਫਿਰ ਸਾਨੂੰ ਦੱਸਣ ਤਾਂ ਸਹੀ। ਅਸੀਂ ਸਿੱਧੂ ਸਾਹਿਬ ਨੂੰ ਤੁਹਾਡੇ ਚੈਨਲ ਦੇ ਥਰੂ ਪੁੱਛਣਾ ਚਾਹੁੰਦੇ ਆ, ਉਹ ਕਿਹੜਾ ਉਹਨਾਂ ਕੋਲ ਜਰੀਆ, ਕਿਹੜੀ ਉਹਨਾਂ ਕੋਲ ਜਾਦੂ ਦੀ ਛੜੀ ਆ ਜਿਹਦੇ ਰਾਹੀਂ ਉਹ ਸੈਂਟਰ ਦੇ ਉੱਤੇ ਦਬਾਅ ਪਾ ਕੇ ਕਾਨੂੰਨ ਜਿਹੜੇ ਕਾਲੇ ਨੇ 3 ਰੱਦ ਕਰਾਉਣਗੇ? ਉਹ ਜਨਤਕ ਤੌਰ ਤੇ ਸਾਨੂੰ ਦੱਸਣ। ਜੇ ਤਾਂ ਫਿਰ ਉਹ ਸਨੀ ਬਾਈ ਆ ਉਹਦਾ, ਜੇ ਸਨੀ ਬਾਈ ਕਰਾ ਸਕਦਾ ਫਿਰ ਸਾਨੂੰ ਉਹ ਵੀ ਦੱਸਣ। ਜਾਂ ਫਿਰ ਮੋਦੀ ਸਾਹਿਬ ਨਾਲ ਜਾਰੀ ਆ ਜੀ ਵੀ ਉਹ ਮੋਦੀ ਸਾਹਿਬ ਨੂੰ ਫੋਨ ਕਰਕੇ ਕਰਾ ਸਕਦਾ, ਸਾਨੂੰ ਉਹ ਵੀ ਦੱਸਣ। ਜੇ ਉਹ ਪ੍ਰੋਟੈਸਟ ਕਰਕੇ ਹੁੰਦੇ ਨੇ ਫਿਰ ਪ੍ਰੋਟੈਸਟ ਕਰਦੇ ਕਿਉਂ ਨਹੀਂ ਗਏ? ਉਹ ਕਹਿੰਦੇ ਅਸੀਂ ਪੰਜਾਬ ਦੇ ਖੁਦ ਮੁਖਤਿਆਰ ਫੈਡਰਲ ਢਾਂਚੇ ਦੀ ਜਦੋਂ ਗੱਲ ਹੁੰਦੀ ਹੈ ਕਿ ਸਟੇਟਾਂ ਨੂੰ ਵੱਧ ਅਧਿਕਾਰ ਮਿਲਣ, ਉਹ ਸਟੇਟਾਂ ਨੂੰ ਵੱਧ ਅਧਿਕਾਰ ਦੀ ਅਸੀਂ ਲੜਾਈ ਲੜਾਂਗੇ। ਜਦੋਂ ਸਾਨੂੰ ਉਹ ਅਧਿਕਾਰ ਮਿਲ ਗਏ ਉਸ ਤੋਂ ਬਾਅਦ ਅਸੀਂ ਫਿਰ ਜਿਹੜੇ ਕਾਨੂੰਨ ਨੇ ਉਹ ਬਣਨਗੇ ਉਸ ਹਿਸਾਬ ਨਾਲ। ਕਦੋਂ ਲੜਨਗੇ ਲੜਾਈ ਫਿਰ? ਇਹ ਜਿਹੜੇ ਸੰਘਰਸ਼ ਨੇ ਰੋਜ਼ ਵਿੱਢੇ ਜਾਂਦੇ ਨੇ। ਕੀ ਇਹ ਸਾਡੇ ਜਿਹੜੇ ਕਿਸਾਨ ਬੈਠੇ ਨੇ ਅੱਜ ਰੋਡਾਂ ਦੇ ਉੱਤੇ, ਕੱਲ ਅਸੀਂ ਫੇਰ ਬੈਠਾਂਗੇ? ਅੱਜ ਗੱਲ ਕਰੋ ਨਾ। ਮੈਂ ਤਾਂ ਇਹ ਗੱਲ ਕਹਿਣਾ ਸਿੱਧੂ ਸਾਹਿਬ ਨੂੰ, ਜੇ ਉਹਦੇ ਪੰਜਾਬ ਦਾ ਵਿੱਚ ਉਹਨੇ ਦਰਦ ਆ ਤਾਂ ਅਸੀਂ ਵੀ ਉੱਥੇ ਬੈਠੇ ਆ, ਠੀਕ ਆ, ਸਾਡੇ ਨਾਲ ਉਹਨਾਂ ਦੀਆਂ ਦੂਰੀਆਂ ਹੈਗੀਆਂ ਨੇ 100 ਮੀਟਰ ਦੀਆਂ, ਤੇ ਉਹ ਰੋਡ ਜਾਮ ਕਰਨ, ਰੋਡ ਜਾਮ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਨਾ ਕਰਾਉਣ, ਆਪ ਬੈਠਣ ਉਹ। ਸੇਖੋਂ ਸਾਹਿਬ, ਪਰ ਜਿਹੜੀ ਅੱਜ ਸਟੇਟਮੈਂਟ ਆਈ ਆ ਦੀਪ ਸਿੱਧੂ ਦੀ, ਤੁਹਾਨੂੰ ਕੀ ਲੱਗਦਾ ਹੈ ਕਿ ਲੋੜ ਕਿਉਂ ਪਈ ਉਹਨਾਂ ਨੂੰ ਇਹ ਗੱਲ ਕਹਿਣ ਦੀ ਕਿ ਸਰਕਾਰ ਦੇ ਸਪਾਂਸਰਡ ਨੇ ਜਾਂ ਸਰਕਾਰ ਦਾ ਨੈਕਸਸ ਹੈ ਜਾਂ ਸਰਕਾਰ ਦੇ ਇਸ਼ਾਰੇ ਤੇ ਨੇ? ਤੁਹਾਨੂੰ ਅਕਾਲੀ ਦਲ ਅੰਮ੍ਰਿਤਸਰ ਨੂੰ ਖਾਸ ਕਰਕੇ ਕਿਉਂ ਕਿਹਾ ਗਿਆ? ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਦਾ ਨਾ, ਇਹ ਡਰਦੇ ਨੇ ਸਾਰੇ ਅਕਾਲੀ ਦਲ ਅੰਮ੍ਰਿਤਸਰ ਤੋਂ। ਅਸੀਂ ਤਾਂ ਜਿਵੇਂ ਹਲਟ 'ਚ ਕੁੱਤਾ ਅੜਾ ਕੇ ਰੱਖੀ ਦਾ ਨਾ, ਉਹ ਕੰਮ ਕਰਕੇ ਰੱਖਿਆ ਹੈ ਵੀ ਇਹਨਾਂ ਤੇ ਆਵਾਜ਼ ਅੱਖ ਰੱਖੀ ਹੋਈ ਆ ਕਿ ਇਹ ਪੰਜਾਬ ਦੇ ਹੱਕਾਂ ਨੂੰ ਕਿਤੇ ਵੇਚ ਨਾ ਦੇਣ। ਚਾਹੇ ਉਹ ਸਿੱਧੂ ਹੋਵੇ, ਚਾਹੇ ਉਹ ਕਿਸਾਨ ਜਥੇਬੰਦੀਆਂ ਦੇ ਜਿਹੜੇ ਹੋਰ ਲੀਡਰ ਨੇ, ਜਿਵੇਂ ਪਹਿਲਾਂ ਹੁੰਦਾ ਆਇਆ। ਉਸ ਕਰਕੇ ਸਾਨੂੰ ਭਿੰਡਣਾ ਸ਼ੁਰੂ ਕੀਤਾ ਆ। ਸਾਨੂੰ ਇੱਥੇ ਭੰਡਣਾ ਦੀ ਬਜਾਏ ਸਿੱਧੂ ਜਿਹੜਾ ਮੋਦੀ ਆ ਉਹਦੇ ਖਿਲਾਫ ਕੋਈ ਸਖਤ ਐਕਸ਼ਨ ਲੈਣ। ਦਿੱਲੀ ਕਿਉਂ ਨਹੀਂ ਜਾਂਦੇ ਇਹ? ਦਿੱਲੀ ਪ੍ਰੋਟੈਸਟ ਕਿਉਂ ਨਹੀਂ ਕਰਦੇ? ਗ੍ਰਿਫਤਾਰੀਆਂ ਦੇਣ, ਉੱਥੇ ਪ੍ਰੋਟੈਸਟ ਕਰਨ, ਉੱਥੇ ਮੁਜ਼ਾਹਰੇ ਕਰਨ, ਤਦੀ ਸੈਂਟਰ ਗਵਰਨਮੈਂਟ ਦੇ ਗਲ ਦੇ ਵਿੱਚ। ਤਾਂ ਤੁਸੀਂ ਵੀ ਨਹੀਂ ਨਾ ਗਏ? ਦਿੱਲੀ ਜਾਏ ਆਏ ਜੀ ਅਸੀਂ, ਪਾਰਲੀਮੈਂਟ ਦਾ ਇੱਕ ਦਿਨ ਘਰੋ ਕਰਨ ਗਏ। ਇੱਕ ਦਿਨ ਅਸੀਂ ਦਿੱਲੀ ਬਿਲਕੁਲ ਗਏ ਆ। ਅਸੀਂ ਕੋਈ ਡਰਾਮਾ ਨਹੀਂ ਕੀਤਾ, ਬੈਂਸਾਂ ਦੇ ਵਾਂਗੂ ਪਜਾਮੇ ਨਹੀਂ ਹੱਥਾਂ 'ਚ ਲਾ ਕੇ ਫੜੇ, ਪੱਗਾਂ ਨਹੀਂ ਹੱਥਾਂ 'ਚ ਲਾ ਕੇ ਫੜੀਆਂ। ਅਸੀਂ ਚੁੱਪ ਚਪੀਤੇ ਰਾਤ ਦੇ ਹਨੇਰਿਆਂ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ ਪਾਰਲੀਮੈਂਟ ਦੇ ਸਾਹਮਣੇ ਕਰਕੇ ਆਏ ਆ। ਤੇ ਅਸੀਂ ਇਹ ਕਹਿੰਦੇ ਆ ਵੀ ਸਾਰੀਆਂ ਪਾਰਟੀਆਂ ਨੇ ਜਿਹੜੀਆਂ, ਖਾਸ ਕਰਕੇ ਸਿੱਧੂ ਸਾਹਿਬ ਅੱਗੇ ਲੱਗਣ, ਜਿਨ੍ਹਾਂ ਨੂੰ ਜ਼ਿਆਦਾ ਪੰਜਾਬ ਨਾਲ ਦਰਦ ਆ ਨਾ, ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੇ ਵਿੱਚੋਂ ਝਲਕਦਾ, ਤੇ ਅੱਗੇ ਲੱਗਣ। ਅਸੀਂ ਇਹਨਾਂ ਦੇ ਪਿੱਛੇ ਪਿੱਛੇ ਚੱਲਦੇ ਆਂ, ਫਿਰ ਜਾ ਕੇ ਦਿੱਲੀ ਉੱਥੇ ਪ੍ਰੋਟੈਸਟ ਕਰਨ। ਜਿੰਨਾ ਚਿਰ ਤੱਕ ਤੁਸੀਂ ਚਾਹੇ ਉੱਥੇ ਸਾਲ ਬੈਠੇ ਰਹੋ, ਟੈਂਟ ਲਾ ਕੇ ਸਾਲ ਬੈਠੇ ਰਹੋ ਵਿਚਕਾਰ, ਮੋਦੀ ਦੀ ਸਿਹਤ ਤੇ ਅਸਰ ਕੀ ਆ? ਉਹ ਕਹਿੰਦੇ ਇੱਕ ਅਸੀਂ ਉੱਥੋਂ ਵੱਖ-ਵੱਖ ਸਾਡੇ ਕੋਲੇ ਜਿਹੜੇ ਪੰਜਾਬ ਦੇ ਦਰਦ ਰੱਖਣ ਵਾਲੇ ਲੋਕ ਆਉਂਦੇ ਨੇ, ਉੱਥੇ ਵਿਚਾਰਕ ਗੱਲਬਾਤ ਹੁੰਦੀ ਆ, ਵਿਚਾਰਾਂ ਰਾਹੀਂ ਲੜਾਈ ਅਸੀਂ ਅੱਗੇ ਲੈ ਕੇ ਜਾਵਾਂਗੇ, ਇੱਕ ਸੋਚ ਬਣਾਵਾਂਗੇ। ਦੇਖੋ ਰਾਣਾ ਜੀ, ਜਿੰਨਾ ਚਿਰ ਤੱਕ ਸੰਘਰਸ਼ ਨਹੀਂ ਨਾ ਲੜਦੇ ਉਹਨਾਂ 'ਚ ਬੈਠ ਕੇ, ਮੈਂ ਤੁਹਾਨੂੰ ਉਹੀ ਗੱਲ ਬਾਰ-ਬਾਰ ਕਹਿ ਰਿਹਾ ਵੀ ਅਸੀਂ ਬੈਠ ਕੇ ਉੱਥੇ ਕੀ ਹਾਸਲ ਕਰ ਲਾਂਗੇ? ਅਸੀਂ ਬੈਠੇ ਆ ਉੱਥੇ, ਰੋਡ ਅਸੀਂ ਨਹੀਂ ਜਾਮ ਕਰਦੇ, ਹੋਰ ਕੋਈ ਪ੍ਰੋਟੈਸਟ ਅਸੀਂ ਨਹੀਂ ਕਰਦੇ, ਦਿੱਲੀ ਨੂੰ ਕੂਚ ਅਸੀਂ ਨਹੀਂ ਕਰਦੇ, ਟੈਂਟ ਲਾ ਕੇ ਅਸੀਂ ਸਟੇਜ ਲਾ ਕੇ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਕਰਦਾ ਉਹਨੂੰ ਥੱਲੇ ਲਾ ਦਿੰਦੇ ਆ। ਜੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਨਹੀਂ ਇੱਥੇ ਬੁਲਾਉਣਾ ਜੀ, ਕਈਆਂ ਨੇ ਇਹ ਵੀ ਉੱਥੇ ਕਹੀ ਆ ਗੱਲ। ਜੇ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦੀ ਫੋਟੋ ਨਹੀਂ ਲਾਉਣੀ, ਪਰ ਗੱਲਾਂ ਜ਼ਰੂਰ ਕਰਨੀਆਂ ਨੇ ਕਿਉਂਕਿ ਨੌਜਵਾਨ ਇਕੱਠੇ ਕਰਨੇ ਨੇ। ਹੁਣ ਦੇਖੋ ਤੁਸੀਂ ਕਿ ਤੁਹਾਡੇ ਨਾਲ ਨੇ ਸ਼ੰਭੂ ਮੋਰਚਾ ਤੇ ਤੁਹਾਡਾ ਵੀ ਜਿਹੜਾ
ਨਾਲ ਜਿਹੜਾ ਟੈਂਟ ਵੀ ਲੱਗਾ ਹੋਇਆ ਸੰਘਰਸ਼ ਤੁਸੀਂ ਲੜ ਰਹੇ ਹੋ। ਦੀਪ ਸਿੱਧੂ ਨੇ ਸਟੇਟਮੈਂਟ ਦਿੱਤੀ ਹੈ ਤਾਂ ਪਾਰਟੀ ਦਾ ਅਗਲਾ ਪ੍ਰੋਗਰਾਮ ਹੁਣ ਕਿਵੇਂ ਦਾ ਹੈਗਾ ਹੈ, ਕੋਈ ਇਸ ਨੂੰ ਲੈ ਕੇ ਕੀ ਕੁਝ ਕਰਨ ਜਾ ਰਹੇ ਹੋ, ਕੋਈ ਐਕਸ਼ਨ ਪਲਾਨ ਵੀ ਹੈਗਾ? ਬਿਲਕੁਲ ਜੀ, ਅਸੀਂ ਹੁਣ ਆਪਣੀ ਜਿਹੜੀ ਮੀਟਿੰਗ ਆ ਕੱਲ ਸਵੇਰੇ ਕਰ ਰਹੇ ਆ। ਜਿਹੜੀ ਦੀਪ ਸਿੱਧੂ ਨੇ ਇਹ ਜਿਹੜੀ ਘਟੀਆ ਗੱਲ ਕੀਤੀ ਆ ਇਹ ਬਹੁਤ ਹੀ ਨਿੰਦਣਯੋਗ ਆ। ਉਹਨੇ ਸਿੱਧੇ ਤੌਰ ਤੇ ਜਿਹੜੀ ਆਪਣੀ ਬੀਜੇਪੀ ਤੇ ਆਰਐਸਐਸ ਨਾਲ ਜਾਰੀ ਆ ਉਹ ਪਗਾ ਕੇ ਜਿਹੜੀ ਪਾਰਟੀ ਪੰਜਾਬ ਦੇ ਲਈ ਹੱਕਾਂ ਲਈ 30-35 ਸਾਲ ਤੋਂ ਲੜ ਰਹੀ ਆ, ਜਿਹਨੇ ਪੰਜਾਬ ਦੇ ਹੱਕਾਂ ਲਈ ਆਪਣਾ ਸਟੈਂਡ ਨਹੀਂ ਛੱਡਿਆ, ਉਹ ਪਾਰਟੀ ਤੇ ਇਹੋ ਜਿਹਾ ਸਵਾਲ ਕਰਕੇ ਸਿੱਧੂ ਦਾ ਸਾਫ਼ ਹੋ ਚੁੱਕਿਆ ਕਿ ਉਹ ਆਰਐਸਐਸ ਤੇ ਬੀਜੇਪੀ ਦਾ ਯਾਰ ਆ। ਕੱਲ੍ਹ ਨੂੰ ਅਸੀਂ ਆਪਣੀ ਜਿਹੜੀ ਪਲੈਨਿੰਗ ਆ ਉਹ ਕਰਕੇ ਅਸੀਂ ਦੀਪ ਸਿੱਧੂ ਦਾ ਘਰਾਓ ਵੀ ਕਰਾਂਗੇ ਤੇ ਇਹਨੂੰ ਇਹ ਜਵਾਬ ਜਨਤਕ ਤੌਰ ਤੇ ਦੇਣਾ ਪਊਗਾ। ਇਹਨੂੰ ਸਬੂਤ ਦੇਣੇ ਪੈਣਗੇ ਕਿ ਜੇ ਇਹ ਸਾਨੂੰ ਸਰਕਾਰੀ ਕਹਿੰਦਾ ਤੇ ਸਾਨੂੰ ਸਬੂਤ ਦੱਸੇ, ਨਹੀਂ ਇਹਦੇ ਸਾਰੇ ਸਬੂਤ ਤੁਹਾਡੇ ਸਾਹਮਣੇ ਮੌਜੂਦ ਨੇ। ਇਹਨੇ ਕਿਵੇਂ ਪੰਜਾਬ ਦੇ ਵਿੱਚ ਆਇਆ, ਫਿਰ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਕੁਝ ਨਹੀਂ ਕੀਤਾ। ਰੈਸ਼ ਇਹਦੀ ਸ਼ੰਭੂ ਬਾਰਡਰ ਦੇ ਕੋਲ ਆ, ਸਾਰਾ ਜਿਹੜਾ ਚੱਠਾ ਤੁਹਾਡੇ ਸਾਹਮਣੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖੋਲਾਂਗੇ, ਪਰ ਸਾਨੂੰ ਸਰਕਾਰੀ ਕਿਹਾ ਇਹਨੇ, ਸਾਨੂੰ ਕਿਹਾ ਵੀ ਇਹ ਸਰਕਾਰ ਨੇ ਲਵਾਇਆ ਧਰਨਾ, ਇਹਦੇ ਸਬੂਤ ਦੇਵੇ ਤੇ ਸਾਡੇ ਤੇ ਕਲੰਕ ਦੱਸੇ ਕਿਹੜੇ ਪਾਰਟੀ ਦੇ ਅਸੀਂ ਪੰਜਾਬ ਦੇ ਲਈ, ਕਿਹੜੇ ਪੰਜਾਬ ਦੇ ਹਿੱਤ ਵਿੱਚ ਨੇ, ਕਿਹੜੀਆਂ ਅਸੀਂ ਬੀਜੇਪੀ ਤੇ ਆਰਐਸਐਸ ਨਾਲ ਯਾਰੀਆਂ ਨੇ ਜਿਹੜੀਆਂ ਪਗਾਈਆਂ ਨੇ। ਤੁਸੀਂ ਹੁਣ ਦੀਪ ਸਿੱਧੂ ਹੋਰੀ, ਕਿਉਂਕਿ ਮੈਂ ਫੇਰ ਕਿਹਾ ਵੀ ਉੱਥੇ ਨਾਲ ਹੀ ਹੁੰਦੇ ਨੇ, ਜਦੋਂ ਤੁਸੀਂ ਵੀ ਉੱਥੇ ਹੁੰਦੇ ਹੋ, ਅਕਾਲੀ ਦਲ ਅੰਮ੍ਰਿਤਸਰ ਦੇ ਹੋਰ ਆਗੂ ਵੀ ਹੁੰਦੇ ਨੇ, ਕੀ ਤੁਸੀਂ ਲੰਘਦੇ ਵੜਦੇ ਨੂੰ ਪੁੱਛੋਗੇ ਉਹਨਾਂ ਨੂੰ ਕਿ ਦੀਪ ਸਿੱਧੂ ਜੀ ਵੀ ਜਿਹੜੀ ਤੁਸੀਂ ਗੱਲ ਪ੍ਰੈਸ ਕਾਨਫਰੰਸ 'ਚ ਕਹਿ ਕੇ ਆਏ ਹੋ ਚੰਡੀਗੜ੍ਹ ਦੇ ਵਿੱਚ, ਕਿ ਉਹਦਾ ਜਵਾਬ ਦੇ ਦਿਓ ਇਸ ਗੱਲ ਤੇ? ਬਿਲਕੁਲ, ਅਸੀਂ ਯੂਥ ਆ ਜਿਹੜਾ ਆਪਣਾ ਲਾਈਵ ਹੋ ਕੇ ਉਹਦੀ ਵੀਡੀਓ ਰਿਕਾਰਡਿੰਗ ਕਰਕੇ ਉਹਨੂੰ ਘੇਰ ਕੇ ਜਦੋਂ ਲੰਘਦਾ, ਸਾਡੇ ਕੋਲ 'ਚ ਹੀ ਉਹ ਲੰਘਦਾ ਉਹ, ਤੇ ਅਸੀਂ ਉਹਨੂੰ ਯੂਥ ਅਕਾਲੀ ਦਲ ਅੰਮ੍ਰਿਤਸਰ ਅਸੀਂ ਉਹਨੂੰ ਘੇਰਾਂਗੇ, ਘੇਰ ਕੇ ਉਹਨੂੰ ਪੁੱਛਾਂਗੇ ਵੀ ਸਾਨੂੰ ਇਹ ਚੀਜ਼ਾਂ ਦੇ ਸਬੂਤ ਦੇ ਤੇ ਸਾਡੇ ਨਾਲ ਗੱਲ ਕਰ। ਜੇ ਸਾਡੇ ਨਾਲ ਡਿਬੇਟ ਕਰਨੀ ਆ ਅਸੀਂ ਤੁਹਾਨੂੰ ਵੀ ਉੱਥੇ ਵੈਲਕਮ ਕਹਿੰਦੇ ਆ, ਤੁਸੀਂ ਵੀ ਆਓ ਉੱਥੇ ਵਿਚਕਾਰ ਟੇਬਲ ਲਾਓ, ਸਾਡੇ ਨਾਲ ਡਿਬੇਟ ਕਰੇ। ਬਹੁਤ ਧੰਨਵਾਦ ਵਰਿੰਦਰ ਸੇਖੋਂ ਗੱਲਬਾਤ ਕਰਨ ਦੇ ਲਈ। ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਪ੍ਰਧਾਨ ਪੰਜਾਬ ਦੇ ਵਰਿੰਦਰ ਸਿੰਘ ਸੇਖੋਂ, ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਨੂੰ ਪੁੱਛਿਆ ਜਾਊਗਾ ਇਸ ਸੰਬੰਧੀ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜਾ ਇਹ ਅਕਾਲੀ ਦਲ ਅੰਮ੍ਰਿਤਸਰ ਦਾ ਧਰਨਾ ਚੱਲ ਰਿਹਾ ਹੈ, ਇਹ ਕਿਸ ਨੇ ਲਵਾਇਆ ਹੈ, ਕਿ ਇਹ ਸਰਕਾਰ ਦੀ ਸ਼ਹਿ ਤੇ ਹੈ ਜਾਂ ਕਿਉਂ ਲਾਇਆ ਗਿਆ ਹੈ, ਕਿ ਉਹਨਾਂ ਨੂੰ ਪੁੱਛਿਆ ਜਾਵੇ। ਤਾਂ ਹੁਣ ਦੀਪ ਸਿੱਧੂ ਨੂੰ ਵੀ ਇਸ ਤੋਂ ਜਵਾਬ ਜਿਹੜਾ ਹੈ ਉਹ ਮੰਗਿਆ ਜਾਊਗਾ। ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਵੱਲੋਂ ਇਹ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਹੈ। ਫਿਲਹਾਲ ਦੀਪ ਸਿੱਧੂ ਅੱਗੇ ਇਸ ਤੇ ਕੀ ਸਬੂਤ ਪੇਸ਼ ਕਰਦੇ ਨੇ, ਕੀ ਜਵਾਬ ਦਿੰਦੇ ਨੇ, ਇਹ ਦੇਖਣਾ ਹੋਏਗਾ। ਪਰ ਲੜਾਈ ਇਸ ਵੇਲੇ ਕਿਸਾਨਾਂ ਦੀ ਹੈ ਤੇ ਅਪੀਲ ਇਹੀ ਹੈ ਕਿ ਆਪਸ ਦੇ ਵਿੱਚ ਇਸ ਤਰ੍ਹਾਂ ਉਲਝਣਾ ਨਹੀਂ ਚਾਹੀਦਾ, ਚਾਹੇ ਦੀਪ ਸਿੱਧੂ ਹੋਣ, ਚਾਹੇ ਅਕਾਲੀ ਦਲ ਅੰਮ੍ਰਿਤਸਰ ਹੋਵੇ ਤੇ ਚਾਹੇ ਹੋਰ ਜਥੇਬੰਦੀਆਂ ਹੋਣ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ ਜੀ।